ਚਾਹਾਂਗਾ ਕਿ ਇਹ ਜਿਹੜਾ ਅਭਿਆਨ ਹੈ ਇਹ ਪੂਰੇ ਭਾਰਤ ਦੇ ਜਿਹੜੇ ਸੰਤਾਂ ਵੱਲੋਂ ਕੀਤਾ ਗਿਆ ਵਾ ਤੇ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਉਹਨਾਂ ਸੰਤਾਂ ਦੀ ਜਿਨ੍ਹਾਂ ਨੇ ਇਹ ਵਾਹਨ ਸ਼ੁਰੂ ਕੀਤਾ। ਪੂਰੇ ਭਾਰਤ ਦੇ ਵਿੱਚ ਕਰੀਬ 5000 ਤਹਿਸੀਲਾਂ ਦੇ ਵਿੱਚ ਅੱਜ ਮੰਗ ਪੱਤਰ ਦਿੱਤਾ ਜਾਏਗਾ। ਸਨਾਤਨ ਧਰਮ ਆਲਰੇਡੀ ਹੈਗਾ, ਉਹਦੇ ਅੰਦਰ ਇੰਨੀ ਸ਼ਕਤੀ ਹੈ, ਜਾਨ ਹੈ ਕਿ ਅਸੀਂ ਵੀ ਦੀਵਾਲੀ ਵਾਂਗੂ ਉਹ ਦਿਨ ਮਨਾਵਾਂਗੇ ਜਿਸ ਦਿਨ ਗਊ ਮਾਤਾ ਰਾਸ਼ਟਰ ਮਾਤਾ ਬਣੇਗੀ। ਵੈਸੇ ਹੀ ਸਮਝ ਲਓ ਮਾਂ ਆ ਗਈ ਹੈ। ਗਊ ਦਾ ਗੋਬਰ ਕਈ ਸਾਡੇ ਕੰਮ ਆਉਂਦਾ, ਗਊ ਦਾ ਮੂਤਰ ਕਈ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਪ੍ਰਾਣਦਾਇਕ ਔਸ਼ਧੀਆਂ ਬਣਦੀਆਂ ਉਹਦੇ ਨਾਲ। ਅਸੀਂ ਕਿਉਂ ਸੋਚਦੇ ਹਾਂ ਕਿ ਗਊ ਸਿਰਫ ਦੁੱਧ ਦੇਵੇਗੀ ਤੇ ਸਿਰਫ ਸਾਡੇ ਲਈ ਫਾਇਦੇਮੰਦ ਹੈ? क्योंकि गाय माता जो है ना, चंद मुट्ठी भर लोग ही इसके बारे में, इसका बिजनेस जो करते हैं स्लॉटर हाउस में, सिर्फ उन्हीं लोगों की प्लेट। क्योंकि पूरा भारत के संत समाज एक साथ मिलकर जो है ये प्रार्थना आगे भेजेंगे। एक गाय माता ही हमारी, चाहे हो कपकपाती सर्दी या चिलचिलाती गर्मी, आंधी हो तूफान, क्या नहीं लगता हम लोगों को करना चाहिए उसका सम्मान। तो आजकल की इकोनॉमी जो है वो दो तरीके से चलती है, सिंपल भाषा में यदि कहें। एक है बाय द स्लॉटर ऑफ द काउस एंड सेकंड इज बाय द प्रोटेक्शन ऑफ द काउस। बिकॉज स्लॉटर क्यों हो रहा है, कोई तो सोर्स है ना, बिकॉज मनी राइट नाउ। अगर हम यदि देखें, हम में से एक प्रत्येक व्यक्ति जो भी चीजें यूज कर रहा है उसमें स्लॉटर यूज हो रहा है। ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸਵਾਗਤ ਕਰਦੇ ਆ। ਤਾਂ ਅੱਜ ਇੱਕ ਬੜਾ ਅੱਛਾ ਉਪਰਾਲਾ ਜੋ ਕਿ ਹਰ ਸਨਾਤਨੀ ਨੂੰ ਕਰਨਾ ਚਾਹੀਦਾ। 140 ਕਰੋੜ ਦੀ ਆਬਾਦੀ ਦੇ ਵਿੱਚ ਸੰਤ ਸਮਾਜ ਔਰ ਸਨਾਤਨੀ ਜਿਹੜੇ ਕੀ ਹੈ ਉਹਨਾਂ ਵੱਲੋਂ ਦੀ ਅੱਜ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਐਸਡੀਐਮ ਸਾਹਿਬ ਨੂੰ। ਤਾਂ ਸਾਡੇ ਨਾਲ ਜੁੜ ਚੁੱਕੇ ਨੇ, ਆ ਜੁੜਿਆ ਡਾਕਟਰ ਸਾਹਿਬ, ਤੁਸੀਂ ਵੀ ਜੁੜੇ ਜੇ, ਕਿਉਂਕਿ ਆਏ ਦਿਨ ਸੋਸ਼ਲ ਮੀਡੀਆ ਦੇ ਤੁਹਾਡੇ ਵੱਲੋਂ ਵੀ ਇਸ ਤਰ੍ਹਾਂ ਦੀ ਕੁਝ ਵੀਡੀਓਜ਼ ਹੈ। ਕਿਉਂਕਿ ਗਊ ਮਾਤਾ ਦੇ ਹੱਕ ਦੇ ਲਈ ਕਈ ਵਾਰੀ ਤੁਹਾਨੂੰ ਕੋਰਟ ਕਚਹਿਰੀਆਂ ਥਾਣਿਆਂ ਤੱਕ ਵੀ ਚੱਕਰ ਲਾਣੇ ਪੈਂਦੇ, ਈਵਨ ਦਨ ਕਿ ਆਮਣੇ ਸਾਹਮਣੇ ਫਾਈਟ ਵੀ ਹੁੰਦੀ ਹੈ, ਗੋਲੀਆਂ ਤੱਕ ਵੀ ਦੇਖੀਆਂ ਵਾ ਚਲਦੀਆਂ ਹੋਈਆਂ ਤਸਕਰੀ ਦੇ ਵਿੱਚ। ਅੱਜ ਇੱਕ ਬੜਾ ਅੱਛਾ ਬਿਆਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਵਾ ਪੂਰੇ ਸਾਡੇ ਆਪਣੇ ਸਮਾਜ ਵੱਲੋਂ, ਤੇ ਕੀ ਕਹਿਣਾ ਇਹਦੇ ਬਾਰੇ ਤੁਹਾਡੇ? ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਜੈ ਗਊ ਮਾਤਾ। ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ ਕਿ ਇਹ ਜਿਹੜਾ ਅਭਿਆਨ ਹੈ ਇਹ ਪੂਰੇ ਭਾਰਤ ਦੇ ਜਿਹੜੇ ਸੰਤਾਂ ਵੱਲੋਂ ਕੀਤਾ ਗਿਆ ਵਾ, ਨਾ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਕੀਤਾ ਗਿਆ, ਨਾ ਕਿਸੇ ਸੰਗਠਨ ਵੱਲੋਂ ਕੀਤਾ ਗਿਆ। ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਸੀ ਇਹ ਚੀਜ਼, ਤੇ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਉਹਨਾਂ ਸੰਤਾਂ ਦੀ ਜਿਨ੍ਹਾਂ ਨੇ ਇਹ ਵਾਹਨ ਸ਼ੁਰੂ ਕੀਤਾ। ਤੇ ਅਸੀਂ ਗਰਵ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਕ ਕੁਝ ਹਿੱਸਾ ਪਾਉਣ ਦੇ ਵਿੱਚ, ਇਸ ਯੋਗਦਾਨ ਦੇ ਵਿੱਚ ਸਾਡਾ ਕੁਝ ਮੁੱਠੀ ਭਰ ਵੀ ਅਗਰ ਯੋਗਦਾਨ ਪੈ ਜੇ ਤੇ। ਸੋ ਇਹ ਜਿਹੜਾ ਗੋ ਸਨਮਾਨ ਆਵਾਹਨ ਅਭਿਆਨ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ ਵਾ, ਬਹੁਤ ਹੀ ਇੱਕ ਅੱਛਾ ਉਪਰਾਲਾ ਵਾ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਗੋ ਪ੍ਰੇਮੀ ਜਿਹੜੇ ਅਸੀਂ ਸਾਰੇ ਖੜੇ ਹਾਂ, ਤੇ ਮੈਂ ਇਹਨਾਂ ਦਾ ਵੀ ਧੰਨਵਾਦ ਸਾਰਿਆਂ ਦਾ ਕਰਦਾ ਕਿਉਂਕਿ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਸਾਰੇ ਆਪਣੀ ਆਪਣੀ ਡਿਊਟੀ ਨਿਭਾਉਣ ਵਾਸਤੇ ਆਏ ਹਾਂ। ਅੱਜ 27 ਅਪ੍ਰੈਲ ਜਿਹੜੀ ਤਰੀਕ ਹੈ ਭਾਰਤ ਦੇ ਸੰਤਾਂ ਵੱਲੋਂ ਜਿਹੜੀ ਮਿੱਥੀ ਗਈ ਸੀਗੀ ਵੀ ਪੂਰੇ ਭਾਰਤ ਦੇ ਵਿੱਚ ਕਰੀਬ 5000 ਤਹਿਸੀਲਾਂ ਦੇ ਵਿੱਚ ਅੱਜ ਮੰਗ ਪੱਤਰ ਦਿੱਤਾ ਜਾਏਗਾ, ਜਿਹਦੇ ਵਿੱਚ ਇਹ ਮੰਗ ਰੱਖੀ ਜਾਏਗੀ ਕਿ ਗਊ ਮਾਤਾ ਨੂੰ ਜਿਹੜਾ ਵਾ ਮਾਤਾ ਦਾ ਜਿਹੜਾ ਦਰਜਾ ਦਿੱਤਾ ਜਾਏ। ਦੂਸਰੇ ਨੰਬਰ 'ਤੇ ਗੋ ਹੱਤਿਆ ਜਿਹੜੀ ਹੈ ਪੂਰਨ ਤੌਰ 'ਤੇ ਜਿਹੜੀ ਬੰਦ ਹੋਣੀ ਚਾਹੀਦੀ ਹੈ। ਇੱਕ ਜਿਹੜਾ ਬੋਰਡ ਹੈ ਗਊ ਮਾਤਾ ਵਾਸਤੇ, ਇੱਕ ਜਿਹੜਾ ਸੈਪਰੇਟ ਜਿਹੜਾ ਬੋਰਡ ਬਣਨਾ ਚਾਹੀਦਾ ਵਾ, ਜਿਹਦੇ ਵਿੱਚ ਜਿੰਨੇ ਵੀ ਇਸ਼ੂਜ਼ ਨੇ ਗਊ ਮਾਤਾ ਦੇ ਰਿਲੇਟਿਡ, ਚਾਹੇ ਉਹ ਗਊ ਤਸਕਰੀ ਹੈ ਜਾਂ ਸੜਕਾਂ ਦੇ ਉੱਪਰ ਗਊਆਂ ਨੇ ਜਾਂ ਗਊਸ਼ਾਲਾ ਨੂੰ ਲੈ ਕੇ, ਉਹਦੇ ਵਾਸਤੇ ਇੱਕ ਜਿਹੜਾ ਪ੍ਰੋਪਰ ਜਿਹੜਾ ਬੋਰਡ ਬਣਨਾ ਚਾਹੀਦਾ। ਸੋ ਇਹ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਉਹਨਾਂ ਵੱਲੋਂ ਕੀਤਾ ਗਿਆ, ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਉਸ ਚੀਜ਼ ਦੀ। ਅਤੇ ਅਸੀਂ ਵੀ ਸਰਕਾਰ ਕੋਲੋਂ ਇੱਕੋ ਚੀਜ਼ ਦੀ ਮੰਗ ਕਰਦੇ ਹਾਂ ਕਿ ਜੋ ਦੁਰਦਸ਼ਾ ਇਸ ਟਾਈਮ ਗਊ ਮਾਤਾ ਦੀ ਹੈ ਉਹ ਬਹੁਤ ਨਿੰਦਨੀ ਹੈ, ਅਤੇ ਬਹੁਤ ਜ਼ਿਆਦਾ ਜਿਹੜੇ ਸਟੇਟਾਂ ਦੇ ਵਿੱਚ ਜਿਹੜੇ ਮੈਂ ਕਹਾਂਗਾ ਸਲੌਟਰ ਹਾਊਸ ਚੱਲ ਰਹੇ ਨੇ ਉਹ ਗਵਰਨਮੈਂਟ ਅਪਰੂਵਡ ਨੇ, ਉਹ ਬੰਦ ਹੋਣੇ ਚਾਹੀਦੇ। ਉਸ ਚੀਜ਼ ਦੀ ਵੀ ਇਹਦੇ ਵਿੱਚ ਮੰਗ ਰੱਖੀ ਗਈ ਹੈ। ਜਿਹੜੇ ਕਾਨੂੰਨ ਹੈ ਉਹ ਹੋਰ ਸਖਤ ਕਰਨ ਦੀ ਮੰਗ ਕੀਤੀ ਗਈ ਹੈ। ਸੋ ਬਹੁਤ ਸਾਰੇ ਇਸ਼ੂਜ਼ ਜਿਹੜੇ ਬਹੁਤ ਨੈਸੈਸਰੀ ਸੀਗੇ, ਬਹੁਤ ਜ਼ਰੂਰੀ ਸੀ ਗਊ ਮਾਤਾ ਦੇ ਵਾਸਤੇ, ਉਹ ਸਾਰੇ ਇਹਦੇ ਵਿੱਚ ਕੰਪਲੀਟ ਹੋਣਗੇ। ਸੋ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਜਿਹੜਾ ਵਾ ਸਿਰੇ ਚਾੜ੍ਹਿਆ ਜਾਏ ਅਤੇ ਜਿਹੜੀ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ। ਪਰ ਡਾਕਟਰ ਸਾਹਿਬ ਇੱਕ ਗੱਲ ਹੋਰ ਪੁੱਛਾਂਗਾ, ਅੱਜ ਤਕਰੀਬਨ ਸਾਡੇ ਅਗਰ ਅਸੀਂ ਇਕੱਲੇ ਆਪਣੇ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਨਾ, ਹਰ ਗਲੀ ਹਰ ਨੁੱਕੜ ਦੇ ਵਿੱਚ ਕਈਆਂ ਪ੍ਰਾਈਵੇਟ ਦੁੱਧ ਡੇਅਰੀਆਂ ਖੁੱਲ੍ਹੀਆਂ ਹੋਈਆਂ ਨੇ, ਗਊਆਂ ਰੱਖਦੇ ਨੇ,
ਅਗਰ ਉਹ ਗਊਆਂ ਜਦੋਂ ਪ੍ਰਜਨਨ ਤੋਂ ਬਾਅਦ ਬਛੜਾ ਹੁੰਦਾ ਵਾ ਉਹ ਸੜਕਾਂ ਦੇ ਉੱਤੇ ਆ ਜਾਂਦਾ ਵਾ ਕਿਸੇ ਨਾ ਕਿਸੇ ਇਨਸਾਨੀ ਹਾਦਸੇ ਵਾਸਤੇ ਬਛੜੀ ਹੁੰਦੀ ਹੈ ਉਹ ਸੰਭਾਲੀ ਜਾਂਦੀ ਈਵਨ ਦਨ ਕਿ ਸੜਕਾਂ ਤੇ ਅਸੀਂ ਕਈ ਵਾਰੀ ਦੇਖਿਆ ਤੁਸੀਂ ਆਪਣਾ ਰੈੱਡ ਲਾਈਟ ਏਰੀਆ ਦੇ ਵਿੱਚ ਦੇਖੋ ਕਿ ਬਛੜੇ ਜਿਹੜੇ ਨੇ ਗਊ ਜਿਹੜੀ ਆ ਉਹ ਅੱਜ ਕਚਰੇ ਦੇ ਵਿੱਚ ਮੂੰਹ ਮਾਰਦੀ ਪਈ ਆ ਕਿਉਂਕਿ ਇਹਨਾਂ ਡੇਅਰੀਆਂ ਪ੍ਰਾਈਵੇਟ ਡੇਅਰੀਆਂ ਵਾਲਿਆਂ ਨੇ ਉਹਨਾਂ ਦੇ ਚਾਰੇ ਦਾ ਪ੍ਰੋਪਰ ਪ੍ਰਬੰਧ ਨਹੀਂ ਕੀਤਾ ਗਿਆ। ਤੁਹਾਨੂੰ ਨਹੀਂ ਚਾਹੀਦਾ ਕਿ ਸਰਕਾਰ ਨੂੰ ਇਹਨਾਂ ਦੇ ਉੱਤੇ ਵੀ ਲਗਾਮ ਲਗਾਉਣੀ ਚਾਹੀਦੀ ਹੈ? ਦੇਖੋ ਸਰ, ਇਹ ਜਿਹੜਾ ਬੋਰਡ ਬੰਨਾ ਮੈਂ ਨਾ ਇਹਦੇ ਵਿੱਚ ਹਰ ਚੀਜ਼ ਮਿੱਥੀ ਜਾਣੀ ਹੈ। ਮਤਲਬ ਕਿ ਅਗਰ ਕਿਸੇ ਡੇਅਰੀ ਵਾਲੀ ਨੇ ਕੋਈ ਗਊ ਖਰੀਦੀ ਆ ਉਹਦਾ ਬਰਥ ਕਦੋਂ ਦਾ ਹੈ, ਉਹਦੀ ਡੈਥ ਕਦੋਂ ਹੋਈ ਹੈ, ਉਹ ਸਾਰੀ ਚੀਜ਼ ਦਾ ਰਿਕਾਰਡ ਰੱਖਿਆ ਜਾਏਗਾ। ਅਗਰ ਬਛੜਾ ਕੀਤਾ ਵਾ ਤੇ ਉਹ ਤੁਸੀਂ ਉਹਦੀ ਦੇਖਭਾਲ ਕੀਤੀ ਹੈ ਕਿ ਨਹੀਂ ਕੀਤੀ, ਕਿ ਤੁਸੀਂ ਸੁੱਟ ਦਿੱਤਾ ਜਾਂ ਤੁਸੀਂ ਮਾਰ ਦਿੱਤਾ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਬਿਲਕੁਲ ਹੋਣਗੀਆਂ ਤੇ ਕਾਨੂੰਨ ਬਹੁਤ ਸਖਤ ਬਣਾਏ ਜਾਣਗੇ ਇਹਦੇ ਵਿੱਚ। ਜੁੜ ਚੁੱਕੇ ਨੇ ਸਾਡੇ ਨਾਲ। ਪਹਿਲਾਂ ਤਾਂ ਸਸ਼ਤ ਨਮਨ ਕਰਦੇ ਆ ਅਰਵਿੰਦ ਜੀ ਨੂੰ ਜਿਨ੍ਹਾਂ ਨੇ ਬੜਾ ਵੱਡਾ ਇੱਕ ਅਭਿਆਨ ਜਿਹੜਾ ਵਾ ਸਾਡੀ ਆਪਣੀ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਦੇ ਉੱਤੋਂ ਦੀ ਸ਼ੁਰੂ ਕੀਤਾ ਵਾ। ਅਰਵਿੰਦ ਜੀ, ਇਹ ਸੋਚ ਤੁਹਾਨੂੰ ਪਤਾ ਹੈ ਕਿ ਕਿਹਾ ਜਾਂਦਾ ਨਾ ਕਿ 1 ਇਕੱਲਾ 2 11 ਅਗਰ 3 ਜੁੜ ਜਾਂਦੇ ਤੇ 111 ਹੋ ਜਾਂਦੇ। ਤੁਹਾਨੂੰ ਲੱਗਦਾ ਕਿ ਜੋ ਅਭਿਆਨ ਤੁਹਾਡੇ ਵੱਲੋਂ ਤੁਹਾਡੀ ਟੀਮ ਵੱਲੋਂ ਪੂਰੇ ਸੰਤ ਸਮਾਜ ਵੱਲੋਂ ਸ਼ੁਰੂ ਕੀਤਾ ਗਿਆ ਇਹਦੇ ਉੱਤੇ ਅਮਲੀ ਜਾਮਾ ਪਏਗਾ ਸਰਕਾਰ ਵੱਲੋਂ? मेरा नाम अरविंद शर्मा है और मैं क्लीयर कर दिया कि ये कोई टीम या मेरे ਵੱਲੋਂ नहीं है, सारे ਤੁਹਾਡੇ ਸਾਥੀਆਂ ਦਾ ਅਭਿਆਨ ਹੈ ਔਰ ਸਾਡੇ ਸਨਾਤਨ ਜਿਹੜਾ ਧਰਮ ਹੈ ਉਹ ਆਲਰੇਡੀ ਸਟੈਬਲਿਸ਼ ਹੈ ਔਰ ਸਾਨੂੰ ਬੜਾ ਗਰਵ ਹੈ ਕਹਿਣ ਦੇ ਵਿੱਚ ਕਿ ਸਾਡੇ ਇੰਨੇ ਲੋਕ ਜੁੜੇ ਨੇ ਔਰ ਉਹਨਾਂ ਦੇ ਮਨ ਦੇ ਅੰਦਰ ਫੀਲਿੰਗ ਇਸ ਤਰ੍ਹਾਂ ਦੀ ਹੈ ਵੀ ਇਹ ਜੇ ਗਊ ਮਾਤਾ ਜਿਸ ਦਿਨ ਰਾਸ਼ਟਰੀ ਮਾਤਾ ਬਣੇਗੀ ਔਰ ਗਊ ਹੱਤਿਆ ਬੰਦ ਹੋਏਗੀ ਤੇ ਉਹ ਦਿਨ ਸਾਡੇ ਸਾਰਿਆਂ ਦੇ ਵਾਸਤੇ ਉਹੋ ਜਿਹਾ ਦਿਨ ਹੋਏਗਾ ਜਿਸ ਤਰ੍ਹਾਂ ਰਾਮ ਮੰਦਿਰ ਬਣ ਗਿਆ, ਜਿਸ ਤਰ੍ਹਾਂ ਧਾਰਾ 370 ਲੱਗ ਗਈ, ਇੰਨੇ ਸਾਲ ਲੱਗ ਗਏ ਔਰ ਇਹ ਦਿਨ ਦੂਰ ਨਹੀਂ ਜਿਸ ਦਿਨ ਗਊ ਮਾਤਾ ਰਾਸ਼ਟਰ ਮਾਤਾ ਬਣੇਗੀ। ਇਹਦਾ ਕਾਰਨ ਹੈ ਕਿ ਇਹ ਸਾਡਾ ਕੋਈ ਟੀਮ ਨਹੀਂ ਹੈ, ਕੋਈ ਅਸੀਂ ਨਹੀਂ ਆ, ਸਨਾਤਨ ਧਰਮ ਆਲਰੇਡੀ ਹੈਗਾ, ਉਹਦੇ ਅੰਦਰ ਇੰਨੀ ਸ਼ਕਤੀ ਹੈ, ਜਾਨ ਹੈ ਕਿ ਅਸੀਂ ਵੀ ਦੀਵਾਲੀ ਵਾਂਗੂ ਉਹ ਦਿਨ ਮਨਾਵਾਂਗੇ ਜਿਸ ਦਿਨ ਗਊ ਮਾਤਾ ਰਾਸ਼ਟਰ ਮਾਤਾ ਬਣੇਗੀ ਔਰ ਉਹ ਜ਼ਰੂਰ ਬਣੇਗੀ। ਤੁਹਾਡੇ ਸਾਰਿਆਂ ਦਾ ਦੇਖ ਕੇ ਇਹ ਜੋਸ਼ ਔਰ ਸਾਰੇ ਲੋਕਾਂ ਨੂੰ ਮਿਲ ਕੇ ਇਹ ਜੋਸ਼ ਲੱਗ ਰਿਹਾ ਇਸ ਤਰ੍ਹਾਂ ਦਾ ਕਿ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਕਿ ਜੇ ਦੂਸਰੇ ਧਰਮ ਦੇ ਲੋਕ ਹੁੰਦੇ ਉਹਨਾਂ ਬਾਰੇ ਕੋਈ ਗੱਲ ਕਰਦਾ ਤੇ ਕੋਈ ਬੋਲ ਨਹੀਂ ਸੀ ਸਕਦਾ, ਲੇਕਿਨ ਅੱਜ ਜੋ ਫੀਲਿੰਗ ਤੁਹਾਡੇ ਸਾਰਿਆਂ ਚ ਆ ਰਿਹਾ ਤਾਂ ਦਿਨ ਦੂਰ ਨਹੀਂ, ਅਸੀਂ ਗਊ ਮਾਤਾ ਦਾ ਦਿਨ ਰਾਸ਼ਟਰ ਮਾਤਾ ਦਾ ਬਣਾਵਾਂਗੇ ਔਰ ਸਾਡੇ ਵਾਲਾ ਉਹ ਦਿਨ ਦੀਵਾਲੀ ਦੇ ਬਰਾਬਰ ਹੋਏਗਾ। ਇੱਕ ਵਾਰੀ ਫੇਰ ਜਕਾਰਾ ਲਗਾਵਾਂਗਾ, ਗਊ ਮਾਤਾ ਕੀ ਜੈ, ਗਊ ਮਾਤਾ ਕੀ ਜੈ, ਗਊ ਮਾਤਾ ਰਾਸ਼ਟਰ ਮਾਤਾ, ਗਊ ਮਾਤਾ ਰਾਸ਼ਟਰ ਮਾਤਾ, ਗਊ ਹੱਤਿਆ ਬੰਦ ਹੋ, ਗਊ ਹੱਤਿਆ ਬੰਦ ਹੋ, ਗਊ ਮਾਤਾ ਕੀ ਜੈ, ਗਊ ਮਾਤਾ ਕੀ ਜੈ। ਥੈਂਕ ਯੂ। ਤਾਂ ਸਾਡੇ ਨਾਲ ਸ਼ਹਿਰ ਦੇ ਹੋਰ ਵੀ ਗਣਮਾन्य ਲੋਕ ਜੁੜ ਚੁੱਕੇ ਸਰ, ਬੜਾ ਅੱਛਾ ਲੱਗਦਾ ਜਦੋਂ ਇਸ ਤਰ੍ਹਾਂ ਦਾ ਖਾਸ ਕਰਕੇ ਆਪਣੇ ਧਰਮ ਦੇ ਵਾਸਤੇ ਕਰਮ ਕੀਤਾ ਜਾਂਦਾ ਵਾ। ਕਿਤੇ ਨਾ ਕਿਤੇ ਗਊ ਮਾਤਾ ਜਿਹੜੀ ਹੈ ਨਾ ਤਾਂ ਉਮਰ ਆਪਣੀ ਮ੍ਰਿਤ ਦੇਹ ਦੇ ਨਾਲ ਵੀ ਕਈਆਂ ਦੇ ਪਰਿਵਾਰ ਪਾਲ ਜਾਂਦੀ ਹੈ। ਈਵਨ ਦਨ ਕਿ ਉਹਨਾਂ ਦੇ ਜਿਹੜੀ ਚਮੜੀ ਆ, ਉਹਨਾਂ ਦੇ ਜਿਹੜੇ ਬੋਨਸ ਆ, ਉਹ ਕਿਤੇ ਨਾ ਕਿਤੇ ਯੂਜ਼ ਹੁੰਦੇ ਆ, ਕੋਈ ਮੈਡੀਕਲ ਸਾਇੰਸ ਵਾਸਤੇ ਹੁੰਦੇ ਆ। ਚਮੜੀ ਜਿਹੜੀ ਆ ਅਸੀਂ ਆਮ ਸਰਦੀਆਂ ਦੇ ਵਿੱਚ ਜਿਹੜੀਆਂ ਉਹਦੀਆਂ ਜੈਕਟਾਂ ਵਗੈਰਾ ਇਹ ਉਹ ਸਭ ਕੁਝ ਪਾਉਂਦੇ ਆ। ਅੱਜ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੁਹਾਡੇ ਵੱਲੋਂ, ਕਿ ਤੁਹਾਨੂੰ ਲੱਗਦਾ ਕਿ ਸਰਕਾਰ ਵੱਲੋਂ ਦੀ ਜੋ ਹੈ ਪੱਖ ਅੰਮ੍ਰਿਤਸਰ ਤੋਂ ਸ਼ੁਰੂ ਹੈ ਪੂਰੇ ਦੇਸ਼ ਦੇ ਵਿੱਚ ਚਾਲੂ ਹੋਏਗਾ? ਐਸਾ ਜੀ ਕਿ ਤੁਸੀਂ ਹੁਣੇ ਕਿਹਾ ਹੈ ਕਿ ਅਸੀਂ ਗਊ ਦੀ ਚਮੜੀ ਦੀ ਜੈਕਟਾਂ ਪਾਉਂਦੇ ਆ। ਜੀ ਜੀ, ਪਹਿਲੀ ਗੱਲ ਇਹਦੇ ਤੇ ਪ੍ਰਤੀਬੰਧ ਹੋਣਾ ਚਾਹੀਦਾ, ਡੈਫੀਨਿਟਲੀ ਬਿਲਕੁਲ ਪ੍ਰਤੀਬੰਧ ਹੋਣਾ ਚਾਹੀਦਾ। ਜੈਕਟਾਂ ਪਾਉਣ ਲਈ ਸਾਡੇ ਕੋਲ ਬੜੇ ਉੱਤਮ ਮਤਲਬ ਸਾਡੇ ਕੋਲ ਹੋਰ ਵੀ ਗਿਆ। ਜੀ ਜੀ ਹੁੰਦਾ ਕੀ ਹੈ, ਜਿਸਲੇ ਗਊ ਹੱਤਿਆ ਹੁੰਦੀ ਹੈ ਤੇ ਉਹਦਾ ਚਮੜਾ ਵੀ ਯੂਜ਼ ਚ ਆ ਜਾਂਦਾ। ਜੀ ਜੀ ਜੀ, ਗਊ ਹੱਤਿਆ ਹੀ ਬੰਦ ਹੋ ਜਾਏਗੀ, ਸਾਨੂੰ ਇਹ ਬਿਲਕੁਲ ਇਸ ਰਸਤੇ ਜਾਣ ਦੀ ਲੋੜ ਹੀ ਨਹੀਂ ਗੀ। ਹੁਣੇ ਤੁਸੀਂ ਕਿਹਾ ਕਿ ਗਊ ਮਰਦੇ ਵੀ ਇੰਜ ਕਰ ਜਾਂਦੀ ਹੈ। ਐਸਾ ਹੈ ਕਿ ਗਊ ਜੰਮਣ ਤੋਂ ਲੈ ਕੇ ਤੇ ਜਿੰਨੀ ਦੇਰ ਤੱਕ ਉਹਨਾਂ ਦੇ ਸ਼ਵਾਸ ਰਹਿੰਦੇ ਉਹ ਸਾਡੇ ਲਈ ਵੈਸੇ ਹੀ ਸਮਝ ਲਓ ਮਾਂ ਆ ਗਈ ਹੈ। ਗਊ ਦਾ ਗੋਬਰ ਕਈ ਸਾਡੇ ਕੰਮ ਆਉਂਦਾ, ਗਊ ਦਾ ਮੂਤਰ ਕਈ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਪ੍ਰਾਣਦਾਇਕ ਔਸ਼ਧੀਆਂ ਬਣਦੀਆਂ ਉਹਦੇ ਨਾਲ। ਸਹੀ ਗੱਲ ਹੈ। ਅਸੀਂ ਕਿਉਂ ਸੋਚਨੇ ਆ ਕਿ ਗਊ ਸਿਰਫ ਦੁੱਧ ਦੇਵੇਗੀ ਤੇ ਸਿਰਫ ਸਾਡੇ ਲਈ ਫਾਇਦੇਮੰਦ ਹੈ? ਐਸਾ ਹੈਗਾ ਹੀ ਨਹੀਂ। ਇਹੋ ਹੀ ਸਾਡਾ ਬਿਆਨ ਹੈਗਾ ਕਿ ਗਊ ਦਾ ਜਿਹੜਾ ਹੈਗੀ ਹੈ ਹੱਤਿਆ ਬੰਦ ਹੋਵੇ, ਗਊ ਨੂੰ ਰਾਸ਼ਟਰ ਮਾਤਾ ਦਾ ਦਰਜਾ ਮਿਲੇ, ਜਿਹਦੇ ਨਾਲ ਗਊ ਦਾ ਮੂਤਰ, ਗਊ ਦੇ ਜਿਹੜੇ ਹੋਰ ਪਦਾਰਥ ਹੈਗੇ ਸਾਡੇ ਤੱਕ ਪਹੁੰਚਣ। ਗਊ ਦਾ ਦੁੱਧ, ਗਊ ਦਾ ਘਿਓ, ਇਹੋ ਜਿਹੀ ਕਈ ਔਸ਼ਧੀਆਂ ਅੱਜ ਸਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਾ ਪਵੇ। ਗਊ ਤੇ ਆਪਣੇ ਆਪ 'ਚ ਖੁਦ ਇੱਕ ਸਮਝ ਲਓ ਕਿ ਧਨਵੰਤਰੀ ਹੀ ਹੈ। ਠੀਕ ਹੈ। ਬਸ ਸਾਡੀ ਤਾਂ ਇਹੋ ਹੀ ਪ੍ਰਾਰਥਨਾ ਹੈ ਜੀ ਕਿ ਗਊ ਮਾਤਾ ਦੀ ਹੱਤਿਆ ਬੰਦ ਹੋਵੇ, ਗਊ ਮਾਤਾ ਰਾਸ਼ਟਰ ਮਾਤਾ ਬਣੇ। ਇਹਦੇ ਵਿੱਚ ਹੀ ਸਾਰਾ ਸਾਡਾ ਬਿਆਨ ਆ ਜਾਂਦਾ ਜੀ। ਜੈ गौ माता, जय गोपाल। सर इस समय इस्कॉन मंदिर से भी जुड़ चुके हैं सर, बड़ा अच्छा लगा कि ये अभियान जो है पूरे संत समाज की तरफ से और पूरे जो समाज सेवी है उनकी तरफ से ये शुरू किया गया। बात करता हूँ भगवान कृष्ण जी का, क्योंकि आपसे बड़े उपासक नहीं है कोई भी। जो मैं मेरी अपनी पर्सनल थिंकिंग है, मैं किसी को जो है मिन उसके को माइंड में कोई गलत विचारधारा नहीं पेश करना चाहता। आपको याद होगा कि जो द्वापर युग में वासुदेव महाराज जी ने भगवान कृष्ण जी को बछड़े चलाने के लिए उस समय दिया था, द्वापर युग में। जो हम लोगों ने कहानियों में, जो हिस्ट्री में हम लोगों ने देखा, ग्रंथों में सुना है,
और उसी दिन जब उन्होंने जिद की, हट किया कि मेरे को गाय को भी चराने की अनुमति दी जाए, जबकि वो दिन आज भी द्वापर युग से लेकर कल युग तक गोपाष्टमी के नाम से मशहूर है। आज आप भी कर रहे हो और भगवान कृष्ण जी के उपासक हो, आपको लगता है कि ये जो हम लोगों द्वारा, सभी समाज द्वारा जो इकट्ठा होकर एक मुट्ठी की तरह बन के, तो उस चीज़ पर कंट्रोल लगेगा? क्योंकि गाय माता जो है ना, चंद मुट्ठी भर लोग ही इसके बारे में, इसका बिजनेस जो करते हैं स्लॉटर हाउस में, सिर्फ उन्हीं लोगों की प्लेटों में जाता है। क्योंकि आम नॉर्मल सनातनी बंदा जो है ना, 140 करोड़ की पॉपुलेशन में सनातनी नहीं खाता, दूसरे लोगों की जाता है। इवन देन कि फ़ॉरेन में भी बीफ के नाम से ये बिकता है। उस पर क्या आपको लगता है कि आज कंट्रोल हो पाएगा, आप जो आपकी तरफ से मिशन किया जा रहा है? बिल्कुल, हमारे जो संत समाज सभी साधु संत इतने वर्षों से प्रयास कर रहे हैं, तो अभी ये एक साथ होके मिल के कर रहे हैं। जी जी जी। क्योंकि पूरा भारत के संत समाज एक साथ मिलकर जो है ये प्रार्थना आगे भेजेंगे। और सबसे बड़ी बात ये है कि भगवान श्री कृष्ण सबसे ज़्यादा प्रसन्न भी गौ सेवा से होते हैं। वो उनको गायें बहुत ज़्यादा प्रिय है, ठीक है। उनका नाम गोविंद, गोपाल, गोविंद मतलब गऊओं को आनंद देने वाले, गोपाल मतलब गऊ के पालनहार। तो जब हम भगवान श्री कृष्ण की प्रसन्नता के लिए गऊ की सेवा तो करते हैं, लेकिन सबसे बड़ी बात यह है कि गऊ हत्या हो रही है, हम चारा डाल रहे हैं वो ठीक है, लेकिन गऊ हत्या सबसे पहले बंद होनी चाहिए। तो इसलिए जब हम सब मिलकर भगवान श्री कृष्ण के ही कह सकते हो ये प्रेरणा से हम सब कर पा रहे हैं। उनके प्रेरणा के बिना, उनकी शक्ति के बिना हम कुछ भी नहीं कर सकते। तो उनकी कृपा से, उनके आशीर्वाद से ये जो हमारा प्रयास है 100% सफल होगा। और ये हम सब मिलकर कर रहे हैं, तो हमसे प्रार्थना करेंगे कि वो आशीर्वाद अपना बनाए रखें और हम इस पे सफल होंगे। बोलिए गौ माता की जय। हरे कृष्ण। हाँ जी सर, आप भी आए हो यहाँ पर। अगर देखा जाए ना तो आज यहाँ पर 35 to 40 डिग्री टेम्परेचर इस समय हो चुका, चिलचिलाती गर्मी है। एक गाय माता ही हमारी, चाहे हो कपकपाती सर्दी या चिलचिलाती गर्मी, आंधी हो तूफान, क्या नहीं लगता हम लोगों को करना चाहिए उसका सम्मान? जी, सम्मान करने से ज़रूर काफ़ी कुछ होता है, बट हमें अर्थव्यवस्था के अनुसार भी समझना चाहिए कि अर्थव्यवस्था हमारी कैसे चल रही है। तो आजकल की इकोनॉमी जो है वो दो तरीके से चलती है, सिंपल भाषा में यदि कहें। एक है बाय द स्लॉटर ऑफ द काउस एंड सेकंड इज़ बाय द प्रोटेक्शन ऑफ द काउस। बिकॉज स्लॉटर क्यों हो रहा है? कोई तो सोर्स है ना, बिकॉज मनी राइट नाउ। अगर हम यदि देखें, हम में से एक प्रत्येक व्यक्ति जो भी चीज़ें यूज़ कर रहा है उसमें स्लॉटर यूज़ हो रहा है। क्या किसी को पता है कि जो हम ये जो फैक्ट्री से प्रोडक्ट यूज़ करते हैं, कितने जो इंडस्ट्री में जो प्रोडक्ट्स बनते हैं, सोप, टूथपेस्ट, उसमें क्या क्या यूज़ होता है? टूथपेस्ट में साइंटिफिक रिसर्च है। आई एम नॉट सेइंग, साइंटिफिक रिसर्च इज़ देयर दैट उसमें जो काओ एनिमल की बोन्स की वो चूरन डलता है, कैल्शियम फॉस्फेट करके ऐसे नाम है उसका। उसमें फैट डलता है एनिमल्स, जो सोप होते फैक्ट्री हाउस में। वी आर डूइंग सो दीज ऑल हैव टू चेंज। एंड जो आज ये अभियान चल रहा है, वो सम्मान अभियान, सो ये एक इतना पावरफुल है। इवन जिन्होंने वो लेटर पढ़ा है, अभी तो जैसे वो लेटर जाएगा तहसील के द्वारा हम भेजेंगे, तो उसमें नीचे सारा अपेंडिक्स में, एनेक्स्चर में लिखा हुआ है कि हाउ गवर्नमेंट वी हैव गिवन एवरीथिंग, जो भी जैसे संत समागम के अनुसार वो आया है और लॉयर्स के अनुसार वो अच्छी तरह डॉक्यूमेंट हुआ है। वी हैव गिवन सोल्यूशंस टू द गवर्नमेंट हाउ दे कैन डू। एंड इवन जैसे आपने सवाल पूछा था कि जिन्होंने डेयरी खोली है प्राइवेट सेक्शन में और वो कत्ल कर रहे हैं, क्यों कर रहे हैं? एक्चुअली तो बात है, इतना दूध कहाँ से आ रहा है? गाय इतनी है नहीं, दूध कहाँ से आ रहा है? हम सब इसके जिम्मेवार हैं। इतना दूध नहीं है, इतना पनीर नहीं है, बट हमारी ज़रूरत, वी आर वेरी सेल्फिश, वी आर ग्रीडी, बिकॉज वी आर ग्रीडी, every one of us, each and every one of us. That's why the slaughter is happening of the cows. We have to look into ourselves. What are we doing? Are we doing the right thing? सब गलती हमारी गलती है। सही बात है। And because of this, वो शोषण कर रहे हैं। Because there is demand. क्योंकि हम लोग अगर सोप भी लेने जाते हैं ना, तो उसमें कोई मेंशन नहीं किया होता इसमें क्या डाला क्या नहीं, जस्ट एक छोटा सा डॉट्स बना होता है, रेड, ब्लैक या ग्रीन। See, we have to take to the instructions of Shri Krishna. In the Ishopanishad, it is written, Isha vasemidam sarvam, yat kinche jagatyam jagat. And even Om Purnamidam, this jagat is Purna, complete. Why do we need factories? When there is factory, then there is option of milavat.
इन फैक्ट्रीज को जो परमिशन भी तो हमारी गवर्नमेंट ही दे रही है। यस, बिकॉज लाइफस्टाइल हमने ऐसी कर दी ना, वी वांट वेस्टर्नाइजेशन। पहले नेचुरल होता था, पहले मुल्तानी मिट्टी से या मिट्टी से करते थे, या घर के जो किचन हल्दी बेसन उसकी चीज़ें करते थे। आज कौन कर रहा है? हमारी सबकी ज़रूरत है, हमने ऐसे, वी आर सो मच ग्रीडी, दैट्स व्हाई दीज आर हैपनिंग। यस, मोस्ट पीपल डोंट नो, दैट्स व्हाई वी आर गोइंग टू द गवर्नमेंट, because government is the leader. They can do. In the Bhagavad Gita, in the 4th chapter, it is written, Yad yat acharati sheshtas, tat tat eves tarojana, sayat pramanam kurute, lokas tat anuvartate. When the great person, the great leader does the thing, the janta follows. बस वही है ना, देख देख के आगे पीछे। So, yes, if the government sees, and we have given so much solutions in documented form, and I hope the government who is very much, they want to do actually, so it can be. Actually, the thing we are happening, जो कत्ल हो रहा है वो पैसों के लिए हो रहा है। वी आर एक्सपोर्टिंग, पैसा चाहिए, बट हम क्या कर रहे हैं? इम्पोर्ट में हम क्या मंगा रहे हैं? फर्टिलाइजर मंगा रहे हैं, उसके पैसे लगते हैं। बट गाय को माता का दर्जा क्यों दिया गया है? मैं आपसे पूछना चाहूँगा, माता क्यों दिया गया है? माता इसलिए दिया गया कि ताकि हम लोग सनातनी जैसे सड़कों पर घूम रही है। ना 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 ना, माता का अर्थ है क्योंकि वो हमें देती है। जी जी जी, हाँ, हमारी भी माता जो है सारी, हमें हमारी भी माता हो, हम क्या उनसे उन्हें कुछ देते हैं? वो हमें देती है। माता को, यदि आप सबको मैं बता दूं, गाय माता को पालने के लिए एक पैसा नहीं लगता, एक पैसा नहीं लगता। बट अभी पैसा क्यों लग रहा है? एक गाय को, हमारी गौशाला श्री गोकुल गौशाला, हम बड़े प्राउडली कहते हैं कि हम 140 से गौवंश, देसी गौवंश का देखभाल कर रहे हैं। हमारी बिरबलपुरा में है, फतेहगढ़ चूड़िया रोड पे। So we are taking care of them very much, but we have to understand. See, ये जैसे मैं कहा था, यही गाय को माता क्यों कहते हैं? माता क्यों कहते हैं? Because they give us. जैसे आजकल केमिकल पेंट चल रहा है, पहले गोबर का लेपन होता था, पैसा लगा कोई ना। आजकल बाहर से यूरिया आता है जो पेट्रोलियम से बनता है, पेट्रोलियम एमोनिया में कन्वर्ट होता है, एमोनिया से वो फर्टिलाइज़र बनता है, यूरिया बनता है। पहले गोबर वगैरह और यूरिन डलता था, उसका जीवामृत बनता था, उसका प्रोसीजर होता था और वो खेतों में डाला जाता था। एक पैसा लगा ना, गाय ने दिया, चाहे वो दूध नहीं दे रही, पर फिर भी आपको, ये महाभारत में इवन लिखा है, ये जैसे ये धन है, पशुधन कहते हैं इसे, धन है। बट हमने क्या समझा? गोबर है। नहीं जी, नहीं 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 नहीं, आजकल के युग ऐसे है। गो में बसती थी लक्ष्मी ही, गोबर में लक्ष्मी का वास है। किसे किसे पता है? कोई गोबर को हाथ नहीं लगाना चाहता, नहीं लगाता, सही बात नहीं लगाते ना। गो में बसती लक्ष्मी, गो में लक्ष्मी का वास है। क्यों लक्ष्मी का वास है? इकोनॉमिकली, सेंटिमेंटल हम कुछ नहीं कह रहे, इकोनॉमिकली, क्योंकि आपके लेपन हो सकता है, आपकी पंचगव्य बन सकता है। हमारे घर में मैं प्राउडली कह सकता हूँ, हमारे कुछ, मैं खुद पर्सनली ऐसा मंजन यूज़ करता हूँ जिसमें गोबर का चारकोल से बना हुआ है। और कई बारी तो हम, सौभाग्य था हमारा, हम चलो गौशाला में तो अभी नहीं रहते, तो ऐसा भी समय रहा था, हम गोबर से नहाते थे। गोबर इतना पवित्र है, गोबर से नहाया जा सकता है। किसी ने गोबर से नहाया? कोई भी नहीं। सही बात है, कोई भी नहीं। और हम कह रहे हैं गाय माता का सम्मान होगा, पर हमें भी जानना चाहिए। और हाँ, जब गवर्नमेंट के पास ये चीज़ें जाएंगी तो ऑब्वियसली व्हेन लीडर डज दीज थिंग्स, इस तरफ ध्यान दिया नीचे आएगा, स्टडी की जाती है। दैट्स व्हाई लीडरशिप पे फोकस किया जाता है। ठीक है, थैंक यू सर, थैंक यू, बड़ा अच्छा लगा आपसे। जय श्री कृष्ण। जय श्री कृष्ण। ਤੁਹਾਨੂੰ ਰਿਪੋਰਟ ਦਿਖਾਈ ਹੈ ਸਾਡੇ ਅੰਮ੍ਰਿਤਸਰ ਦੇ ਵਿੱਚ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸਰਕਾਰਾਂ ਵੱਲੋਂ ਦੀ ਇਹ ਜੋ ਦੱਸਿਆ ਹੋਇਆ ਇਹਨਾਂ ਨੇ ਸੰਤ ਸਮਾਜ ਵੱਲੋਂ ਦੀ ਕਿ ਇਹ ਜੋ ਕਮੀਆਂ ਵਾ ਕਿਤੇ ਨਾ ਕਿਤੇ ਸਰਕਾਰਾਂ ਦੀਆਂ, ਔਰ ਅਸੀਂ ਖੁਦ ਉਹਦੇ ਜ਼ਿੰਮੇਵਾਰ ਆ। ਜ਼ਿੰਮੇਵਾਰ ਕਿਉਂ ਹੈ? ਕਿਉਂਕਿ ਅਸੀਂ ਘਰ ਦੇ ਵਿੱਚ ਸੁੱਖ ਸੁਵਿਧਾ, ਕਿਉਂਕਿ ਦਿਖਤਾ ਹੈ ਤਾਂ ਵਿਕਤਾ ਹੈ, ਵੱਡੀ ਐਡ ਹੋਏਗੀ ਤੇ ਵੱਡੇ ਸਾਬਣ ਵਰਤਾਂਗੇ, ਵੱਡੇ ਸ਼ੈਂਪੂ ਵਰਤਾਂਗੇ, ਪਰ ਕਿਤੇ ਨਾ ਕਿਤੇ ਟਾਈਮ ਪੀਰੀਅਡ ਨਾਲ ਉਹਦਾ ਸਾਈਡ ਇਫੈਕਟ ਵੀ ਜਿਹੜਾ ਵਾ ਉਹ ਕਿਤੇ ਨਾ ਕਿਤੇ ਪੈਂਦਾ ਵਾ। ਔਰ ਦੇਖ ਹੀ ਰਹੇ ਹੋ ਤੁਸੀਂ ਕਿਸ ਤਰ੍ਹਾਂ ਦਾ ਕਲਯੁਗ ਚੱਲ ਰਿਹਾ, ਐਡੀ ਐਡੀ ਬਿਮਾਰੀਆਂ, ਜਾਨਵਰ ਪਸ਼ੂ ਪੰਛੀ ਜਿਹੜੇ ਵਾ ਆਜ਼ਾਦ ਘੁੰਮਦੇ ਸੀ, ਇਨਸਾਨ ਪਿੰਜਰੇ ਦੇ ਵਿੱਚ ਕੈਦ ਹੋ ਗਏ ਸੀ ਕੋਵਿਡ-19 ਦੇ ਵਿੱਚ। ਖਬਰ ਇੱਥੇ ਸਮਾਪਤ ਕਰਦੇ ਹਾਂ। ਮਨਦੀਪ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਦੋਸਤ ਹੋਸਟ ਅਜੇ ਸ਼ਿੰਗਾਰੀ, YGTV ਪੰਜਾਬ। ਜੈ ਹਿੰਦ, ਮੇਰਾ ਭਾਰਤ ਮਹਾਨ।